गणतंत्र दिवस ते बरतानिया के प्रधानमंत्री पहुंचणगे ते उन्हां दा मुख मेहमान के तौर पर मोदी जी वालों उन्हां नूं बुलाया गया 26 जनवरी ते। ਜ਼ਿੰਮੇਵਾਰ ਅਖਬਾਰ ਕਹਿ ਸਕਦੇ ਹਾਂ ਜਿੰਦੇ ਤੁਸੀਂ ਲਈ ਫਿਰਦੇ ਹੋ ਉਹਨਾਂ ਦੇ ਤੁਸੀਂ ਹੱਥ ਦੇ ਵਿੱਚ ਕਢਾਈਆਂ ਹੋਈਆਂ ਖਬਰਾਂ ਨੇ। ਇੱਕ ਦੀ 20 ਲੱਖ ਦੀ ਠੱਗੀ ਹੈ, ਇੱਕ 70 ਲੱਖ ਦੀ ਠੱਗੀ ਹੈ। ਇਹ ਕਹਿ ਰਹੇ ਸੀ ਜਿਹੜੇ ਕਾਨੂੰਨ ਨੇ ਇਹ ਕਿਸਾਨ ਦੇ ਹਿੱਤ ਵਿੱਚ ਨੇ, ਪਰ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਕਿਸਾਨ ਦੇ ਹਿੱਤ ਵਿੱਚ ਕਿੰਨੇ ਨੇ ਉਹਦੇ ਸਬੂਤ ਆ ਤੁਹਾਡੇ ਸਾਹਮਣੇ। ਇਸੇ ਚੀਜ਼ ਦਾ ਤਾਂ ਰੌਲਾ ਪੈ ਰਿਹਾ। ਇੱਕ ਬੰਨੇ ਐਡਾ ਵੱਡਾ ਐਜੀਟੇਸ਼ਨ ਚੱਲ ਰਿਹਾ, ਲੱਖਾਂ ਲੋਕ ਸੜਕਾਂ ਤੇ ਚਾਰ ਸਵੇਰੇ ਦਿੱਲੀ ਨੂੰ ਘੇਰੀ ਬੈਠੇ ਨੇ। ਇਸੇ ਸਮੇਂ 'ਚ ਐਡੀ ਵੱਡੀ ਠੱਗੀ ਵੱਜ ਜਾਣੀ ਤੇ ਫਿਰ ਜੋ ਅਸੀਂ ਕਹਿ ਰਹੇ ਹਾਂ वो सच नहीं। नए कृषि कानून की आड़ में किसानों से धोखे का होशंगाबाद जिले में 12 दिन में दूसरा मामला उजागर हुआ। ये दूसरा केस आ गया। पहला 20 लाख का सी, दूजा तुहाडे सामने आ गया 70 लाख का। ये मैं पूछना चाहना है मोदी तो, ये जिहड़े खेतीबाड़ी मंत्री है ये नरेंद्र सिंह तोमर जी, हुण तां दसो भी ਇਹਦਾ ਕੀ ਕਰੋਗੇ, ਇਹਦਾ ਜਵਾਬ ਕੀ ਦਿਓ। ਇਹ ਜਿਹੜੀਆਂ ਆਲੂ ਪਿਆਜ਼ ਮਟਰ ਜਦੋਂ ਇਹ ਵਪਾਰੀਆਂ ਦੇ ਕੋਲ ਚਲੇ ਗਿਆ ਤੇ ਫਿਰ ਉਹ ਆਪਣੀ ਮਰਜ਼ੀ ਨਾਲ ਰੇਟ ਲਾਉਣਗੇ ਕਿ ਸ਼ਿੰਗੂ ਬਾਰਡਰ ਤੇ ਖੜਿਆ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਸ਼ਿੰਗੂ ਬਾਰਡਰ ਤੇ ਕਿਹੜੀ ਘਟਨਾ ਵਾਪਰ ਰਹੀ ਹੈ ਉਸ ਚੀਜ਼ ਬਾਰੇ ਵੀ ਦੱਸ ਰਹੇ ਹਾਂ ਤੇ ਜਿਹੜੀ ਇੱਥੋਂ ਦੀ ਮੁੱਖ ਜਾਣਕਾਰੀ ਹੁੰਦੀ ਉਹਦੇ ਬਾਰੇ ਵੀ ਦੱਸ ਰਹੇ ਹਾਂ। ਕੁਝ ਅਹਿਮ ਖਬਰਾਂ ਹੈਗੀਆਂ ਜੋ ਸਿਰਸਾ ਸਾਹਿਬ ਦੇ ਹੱਥ ਦੇ ਵਿੱਚ ਨੇ। ਇੱਕ 6 ਲੱਖ ਦੀ 20 ਲੱਖ ਦੀ ਠੱਗੀ ਦੀ ਆ ਤੇ ਇੱਕ 70 ਲੱਖ ਦੀ ਠੱਗੀ ਦੀ ਆ। ਇਹ ਕਿੰਨਾਂ ਵੱਲੋਂ ਠੱਗੀ ਕੀਤੀ ਗਈ ਹੈ? ਵਪਾਰੀਆਂ ਵੱਲੋਂ ਠੱਗੀ ਕੀਤੀ ਗਈ ਹੈ ਕਿ ਜਿਹੜੇ ਕੰਟਰੈਕਟ ਫਾਰਮਿੰਗ ਦੇ ਜਿਹੜੇ ਤਹਿਤ ਕਈ ਸੂਬਿਆਂ ਦੇ ਵਿੱਚ ਜਿਹੜੇ ਕੰਮ ਚੱਲ ਰਿਹਾ ਸੀਗਾ, ਖਰੀਦੋ ਜਾਰੀ ਸੀ ਖਰੀਦਦਾਰੀ ਇਹਨਾਂ ਦੀ, ਉਹਦੇ ਵਿੱਚ ਜਿਹੜੀ ਆ 70 ਲੱਖ ਤੇ 20 ਲੱਖ ਦੀ ਦੋ ਠੱਗੀਆਂ ਜਿਹੜੀਆਂ ਮਰ ਗਈਆਂ। ਇੱਕ ਹੋਰ ਅਹਿਮ ਖਬਰ ਹੈਗੀ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਕਿ ਜੌਨਸਲ ਕਿਸਾਨਾਂ ਦਾ ਜਿਹੜਾ ਮਸਲਾ ਮੋਦੀ ਕੋਲ ਉਠਾਉਣਗੇ ਢੇਸੀ ਵੱਲੋਂ। ਤਨਮਨਜੀਤ ਜਿਹੜਾ ਢੇਸੀ ਹੈਗੇ ਨੇ ਯੂਕੇ ਤੋਂ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਗਣਤੰਤਰ ਦਿਵਸ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਪਹੁੰਚਣਗੇ ਤੇ ਉਹਨਾਂ ਦਾ ਮੁੱਖ ਮਹਿਮਾਨ ਦੇ ਤੌਰ ਤੇ ਮੋਦੀ ਜੀ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ 26 ਜਨਵਰੀ ਤੇ। ਉਹਦੇ ਤੇ ਜਦੋਂ ਪਹੁੰਚਣਗੇ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਕਿ ਉਹਨਾਂ ਨੂੰ ਉਹ ਜਿਹੜਾ ਮਾਮਲਾ ਉਹਨਾਂ ਦਾ ਇੱਥੇ ਆ ਕੇ 26 ਜਨਵਰੀ ਨੂੰ ਜ਼ਰੂਰ ਉਠਾਉਣਗੇ। ਹੋ ਸਕਦਾ ਉਸ ਤੋਂ ਪਹਿਲਾਂ ਕਿਰਪਾ ਕਰਕੇ ਮਾਮਲਾ ਹੱਲ ਹੋ ਜਾਵੇ। ਪਰ ਸਿਰਸਾ ਸਾਹਿਬ ਸਾਡੇ ਨਾਲ ਮੌਜੂਦ ਨੇ। ਕੀ ਲੱਗਦਾ ਜੀ ਤੁਹਾਡੇ ਹੱਥ ਦੇ ਵਿੱਚ 3 ਬੈਨਰ ਵੱਡੇ ਫੜੇ ਹੋਏ ਨੇ ਇਸ਼ਤਿਹਾਰ ਦੇ ਰੂਪ 'ਚ, ਤੁਸੀਂ ਜ਼ਿੰਮੇਵਾਰ ਅਖਬਾਰ ਕਹਿ ਸਕਦੇ ਹਾਂ ਜਿੰਦੇ ਤੁਸੀਂ ਲਈ ਫਿਰਦੇ ਹੋ ਉਹਨਾਂ ਦੇ ਤੁਸੀਂ ਹੱਥ ਦੇ ਵਿੱਚ ਕਢਾਈਆਂ ਹੋਈਆਂ ਖਬਰਾਂ ਨੇ। ਇੱਕ ਦੀ 20 ਲੱਖ ਦੀ ਠੱਗੀ ਹੈ, ਇੱਕ 70 ਲੱਖ ਦੀ ਠੱਗੀ ਹੈ। 20 ਲੱਖ ਦੀ ਠੱਗੀ 'ਤੇ ਆਪਾਂ ਚਰਚਾ ਕਰਦੇ ਹਾਂ ਪਹਿਲਾਂ ਸਭ ਤੋਂ ਕਿ 20 ਲੱਖ ਦੀ ਠੱਗੀ ਹੈ ਕਿਹੜੇ ਸੂਬੇ ਦੇ ਵਿੱਚ ਵੱਜੀ ਹੈ? ਇਹ ਮੱਧ ਪ੍ਰਦੇਸ਼ ਵਿੱਚ ਹੈ ਔਰ ਇਹ ਜਿਹੜੇ ਆ ਕਿਸਾਨਾਂ ਦੀ ਫੋਟੋ ਵੀ ਵਿੱਚ ਦਿੱਤੀ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ 13 ਕਿਸਾਨ ਜਿਹੜੇ ਨੇ 13 ਕਿਸਾਨਾਂ ਦੇ ਨਾਲ 20 ਲੱਖ ਦੀ ਠੱਗੀ ਮਾਰੀ ਆ। ਤੇ ਇਹ ਮੈਂ ਥੋੜੀ ਤੁਹਾਨੂੰ ਖਬਰ ਪੜ੍ਹ ਕੇ ਸੁਣਾ ਦਿਆਂ ਤੇ ਉਹ ਵਧੀਆ ਰਹੇਗਾ। आज सिर्फ इन्हीं के 4 की लेना ने जी बोलो। फसल के बदले फर्जी चेक देकर व्यापारी लापता, खेत से ही फसल खरीदी में फंसे 13 किसानों के 20 लाख रुपए गए। पुलिस ने FIR की और सारे चेक थाने में जमा भी कराए। इन दिनों में मंडी खत्म करके किसान की फसल सीधे खेत से खरीदने की व्यवस्था का खूब ढंढोरा पीटा जा रहा है। जिस दे संबंध विच किसान जथेबंदियां वालों ਜਦੋਂ ਤੋਂ ਆਰਡੀਨੈਂਸ ਲਿਆਂਦੇ ਨੇ ਤੇ ਉਸ ਤੋਂ ਬਾਅਦ ਕਾਨੂੰਨ ਬਣੇ ਤੇ ਇਹ ਧਰਨੇ ਪਹਿਲਾਂ ਪੰਜਾਬ ਚੱਲਦੇ ਰਹੇ ਤੇ ਹੁਣ ਅੱਜ ਮਹੀਨੇ ਤੋਂ ਉੱਤੇ ਹੋ ਗਿਆ ਇੱਥੇ ਸਿੰਘੂ ਬਾਰਡਰ ਦੇ ਉੱਤੇ ਬੈਠਿਆਂ ਨੂੰ ਦਿੱਲੀ ਦੇ 4 ਚਫੇਰੇ ਰਸਤੇ ਚੋਕੇ ਹੋਏ ਨੇ ਵੀ ਇਹ ਜਿਹੜੇ ਕਾਲੇ ਕਾਨੂੰਨ ਤੁਸੀਂ ਲਿਆਂਦੇ ਨੇ ਇਹਨਾਂ ਕਾਨੂੰਨਾਂ ਦੇ ਤਹਿਤ ਕਿਸਾਨਾਂ ਦਾ ਕੀ ਨੁਕਸਾਨ ਹੋਣ ਵਾਲਾ ਹੈ ਉਹਦੇ ਬਾਰੇ ਜਿਹੜਾ ਅਸੀਂ ਢੰਡੋਰਾ ਪਿੱਟ ਰਹੇ ਸਾਂ, ਅਸੀਂ ਦੱਸ ਰਹੇ ਸਾਂ। ਇਹ ਕਹਿ ਰਹੇ ਸੀ ਜਿਹੜੇ ਕਾਨੂੰਨ ਨੇ ਇਹ ਕਿਸਾਨ ਦੇ ਹਿੱਤ ਵਿੱਚ ਨੇ, ਪਰ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਕਿਸਾਨ ਦੇ ਹਿੱਤ ਵਿੱਚ ਕਿੰਨੇ ਨੇ ਉਹਦੇ ਸਬੂਤ ਆ ਤੁਹਾਡੇ ਸਾਹਮਣੇ। ਮੈਂ ਤੁਹਾਨੂੰ ਖਬਰ ਪੜ੍ਹ ਕੇ ਇਹ ਕਹਿੰਦੇ ਨੇ ਹੱਕ ਦੇ ਵਿੱਚ ਨੇ, ਪਰ 20 ਲੱਖ ਦੀ ਠੱਗੀ ਜਿਹੜੀ ਉਹ ਮਾਰੀ ਗਈ ਹੈ। ਚੈੱਕ ਜਿਹੜੇ ਸੀਗੇ ਉਹ ਜਿਹੜੇ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਲਏ ਨੇ। ਇੱਥੇ ਤਾਂ ਕਿਸਾਨ ਸਿੱਧਾ ਰਗੜਿਆ ਗਿਆ। संगोरिया, हाँ जी, जो मैं पहला तुहानू कुछ लाइना पढ़ के सुनातियाँ ने। अगे बोलांगा कि संगोरिया के 12 और जमरा के 1 किसान से व्यापारी ने धनिया की फसल ली और उन्हें चेक से भुगतान कर दिया। जब किसानों ने बैंक में चेक लगाए तो उनके पैरों तले की जमीन खिसक गई, सभी चेक बाउंस हो गए। पुलिस ने FIR दर्ज कर ली। ठगी का शिकार हुए राम कृष्ण पुत्र राजा राम धाकड़ ने
बताया कि लॉकडाउन के दौरान हमारी फसल आ चुकी थी, मंडी में फसल बेचने नहीं जा पा रहे थे। इसी दौरान प्रदेश के सुनने वाली गल है, इसी दौरान प्रदेश के मुख्यमंत्री की ओर से घोषणा हुई कि व्यापारी चाहें तो किसान की फसल उनके खेत से ही खरीद सकते हैं। इसी दौरान हमारे यहाँ देवेंद्र अग्रवाल व उसके दो साथी भोला जैन एवं दीपू आए। उन्होंने फसल खरीदने का वादा किया। हमने पता लगाया कि उन्होंने संगोरिया व जमरा में कुछ किसानों की फसल खरीदी और उन्हें पेमेंट भी कर दिया। इसलिए हम 13 किसानों ने भी अपनी फसल उसे बेच दी। बदले में वह हमें चेक दे गया। जब हमने चेक बैंक में लगाए तो हम बाउंस हो गए। इसके बाद हमने व्यापारी व उनके साथ आए लोगों को मोबाइल पर कॉल किया, लेकिन कोई जवाब नहीं मिला। ਇੱਥੇ ਗੱਲ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸ ਦਿੰਨੇ ਕਿ 13 ਕਿਸਾਨਾਂ ਵੱਲੋਂ ਜਿਹੜੀ ਸੀ ਫਸਲ ਜਿਹੜੀ ਤਿਆਰ ਸੀ ਉਹ ਵੇਚਣੀ ਸੀਗੀ ਤੇ ਉਹਨਾਂ ਨੇ ਜਦੋਂ ਮੰਡੀ ਲੈ ਕੇ ਜਾਣਾ ਸੀ ਥੋੜੀ ਜੀ ਦੇਰੀ ਹੋ ਗਈ ਤੇ ਪਰ ਮੁੱਖ ਮੰਤਰੀ ਸੀ ਜਿਹੜਾ ਉੱਥੋਂ ਦਾ ਉਹਨਾਂ ਵੱਲੋਂ ਇੱਕ ਘੋਸ਼ਣਾ ਕੀਤੀ ਗਈ ਸੀ ਕਿ ਤੁਹਾਡੀ ਜਿਹੜੀ ਫਸਲ ਆ ਵਪਾਰੀ ਖੇਤਾਂ 'ਚ ਖਰੀਦ ਸਕਦੇ ਨੇ ਤਾਂ ਉਹਨਾਂ ਵੀ ਕਿਸੇ ਵਪਾਰੀ ਨਾਲ ਸੰਬੰਧਿਤ ਕਰ ਲਿਆ ਤੇ ਜਿਹੜਾ ਸੀ ਉਹ ਧਨੀਆਂ ਦੀ ਫਸਲ ਸੀਗੀ ਤੇ ਖੇਤ 'ਚੋਂ ਚੁਕਾ ਦਿੱਤੀ। ਜਿਹੜੇ ਉਹ ਚੈੱਕ ਦੇ ਕੇ ਗਏ ਤੇ ਉਹ ਜਿਹੜੇ ਜਦੋਂ ਨਾ ਪੈਰਾਂ ਥੱਲੇ ਜ਼ਮੀਨ ਉਹਨਾਂ ਦੇ ਉਦੋਂ ਨਿਕਲ ਗਈ ਜਦੋਂ ਉਹਨਾਂ ਨੇ ਚੈੱਕ ਬੈਂਕ ਦੇ ਵਿੱਚ ਲਾਏ ਤੇ ਚੈੱਕ ਜਿਹੜੇ ਉਹ ਬਾਉਂਸ ਹੋ ਗਏ ਤੇ ਬਾਅਦ ਦੇ ਵਿੱਚ ਉਹ ਥਾਣੇ ਦੇ ਵਿੱਚ ਜਾਂਦੇ ਆ ਤੇ ਉਹ ਥਾਣੇ ਵਾਲੇ ਉਹਨਾਂ ਦੀ ਜਿਹੜੀ ਉਹ ਪੁੱਛ ਪੜਤਾਲ ਕਰਦੇ ਪਰ ਉਹਨਾਂ ਦਾ ਨੰਬਰ ਤੇ ਜਿਹੜਾ ਉਹ ਸੰਪਰਕ ਜਿਹੜਾ ਸਹੀ ਨਹੀਂ ਹੋ ਸਕਦਾਗਾ। ਦੋ ਜਿਹੜੇ ਵਪਾਰੀਆਂ ਦਾ ਇੱਥੇ ਦੱਸਿਆ, ਇੱਕ ਅਗਰਵਾਲ ਕੋਈ ਸੀ ਉਹਦੇ ਨਾਲ ਭੋਲਾ ਸੀਗਾ ਤੇ ਇੱਕ ਉਹਦੇ ਨਾਲ ਹੋਰ ਸੀਗਾ ਦੀਪੂ ਆਇਆ ਸੀਗਾ। ਉਹਨਾਂ ਨੇ ਆ ਕੇ ਜਿਹੜਾ ਇੱਥੇ ਉਹਨਾਂ ਤੋਂ ਫਸਲ ਖਰੀਦੀ ਸੀ ਪਰ ਚੈੱਕ ਬਾਉਂਸ ਨਿਕਲਿਆ। ਜਿਹੜੇ ਇਹ ਕਿਸਾਨ ਆ ਉੱਥੋਂ ਦੇ ਇਸੇ ਚੀਜ਼ ਤੋਂ ਪੀੜਤ ਆ, ਜਿਹੜੇ ਚੀਜ਼ ਦਾ ਕਿਸਾਨ ਹੁਣ ਇੱਥੇ ਰੌਲਾ ਪਾ ਰਹੇ ਨੇ ਕਿ ਇਹ ਜਿਹੜੇ ਸਰਕਾਰਾਂ ਕਹਿ ਰਹੀਆਂ ਇਦਾਂ ਹੋਊਗਾ ਪਰ ਸਰਕਾਰ ਇਸ ਚੀਜ਼ ਦਾ ਪਹਿਲਾਂ ਹੀ ਜਾਣ ਚੁੱਕੇ ਨੇ ਕਿ ਸਾਡੇ ਨਾਲ ਕੀ ਹੋਣਾ, ਇਦਾਂ ਠੱਗੀਆਂ ਵੱਜਣੀਆਂ ਨੇ। ਹੋ ਸਕਦਾ ਕਿਤੇ ਤੁਹਾਡੇ ਤੋਂ ਵਪਾਰੀ ਲੈਂਦਾ ਹੋਵੇ ਚੀਜ਼ ਇਦਾਂ ਤੇ ਤੁਹਾਨੂੰ ਵੀ ਨਹੀਂ ਚਾਹੀਦਾ ਕਿ ਚੈੱਕ ਜਿਹੜੇ ਉਹ ਲੈਣ। ਜੇ ਕੈਸ਼ ਕਰਦਾ ਤੇ ਮੇਰੇ ਹਿਸਾਬ ਨਾਲ ਕੈਸ਼ ਲੈਣੀ ਚਾਹੀਦੀ ਹੈ, ਚੈੱਕ ਨਹੀਂ ਲੈਣਾ ਚਾਹੀਦਾ। ਦੇਖੋ ਗੱਲ ਇਹ ਹੈ, ਇਸੇ ਚੀਜ਼ ਦਾ ਤਾਂ ਰੌਲਾ ਪੈ ਰਿਹਾ। ਇੱਕ ਬੰਨੇ ਐਡਾ ਵੱਡਾ ਐਜੀਟੇਸ਼ਨ ਚੱਲ ਰਿਹਾ, ਲੱਖਾਂ ਲੋਕ ਸੜਕਾਂ ਤੇ ਚਾਰ ਸਵੇਰੇ ਦਿੱਲੀ ਨੂੰ ਘੇਰੀ ਬੈਠੇ ਨੇ। ਇਸੇ ਸਮੇਂ 'ਚ ਐਡੀ ਵੱਡੀ ਠੱਗੀ ਵੱਜ ਜਾਣੀ ਤੇ ਫਿਰ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਨਹੀਂ। ਸੋ ਕਿਸ ਤਰ੍ਹਾਂ ਲੋਕ ਵਿਸ਼ਵਾਸ ਤੇ ਜਿਹਨੇ ਜ਼ਮੀਨ ਆਪਣੀ ਫਸਲ ਜਿਹੜੀ ਆ ਉਹ ਤੁਲਾ ਦੇਣੀ ਆ। ਤੋ ਇਹ ਤਾਂ ਹੋ ਗਈ 20 ਲੱਖ ਦੀ। ਅੱਗੇ ਆਓ ਹੁਣ ਦੂਸਰਾ ਕੇਸ ਲਓ। ਆ ਜਿਹੜੀ ਠੱਗੀ ਹੈ ਇਹ ਹੈਗੀ ਆ 70 ਲੱਖ ਦੀ। ये भी खबर जड़ी मैं 4 लाइनें पढ़ के सुनावांगा। नए कृषि कानून की आड़ में किसानों से धोखे का होशंगाबाद जिले में 12 दिन में दूसरा मामला उजागर हुआ। ये दूसरा केस आ गया। पहला 20 लाख का सी, दूजा तुहाडे सामने आ गया 70 लाख का। जिला वही है होशंगाबाद। गांव में ऑफिस खोल 70 लाख की उपज खरीदी, बिना भुगतान किए भागा व्यापारी। FIR उन्हें पिंड च आया, पिंड च आके अपना दफ्तर खोल लिया ते फिर जड़ा सी 70 लाख की फसल खरीद के ते उतों भज गया। FIR हो गई है, लेकिन FIR च उन्होंने की मिलेगा। नंदरवाड़ा के 60 किसानों ने सिवनी मालवा थाने में दिया आवेदन। उन्होंने दरखास्त जड़ी आ सिवनी मालवा थाने में दरखास्त दी है। नए कृषि कानूनों के समय होते ही जिले में किसानों में धोखाधड़ी और ठगी का 12 दिन में दूसरा मामला सामने आया है। इस बार सिवानी मालवा के नंदरवाड़ा गांव में इंदौर के कथित व्यापारी आदित्य राज कोबरा ने नए कानून का फायदा उठाकर 60 किसानों से करीब 70 लाख की मूंग, धान, मक्का, गेहूं की खरीदी की और बिना भुगतान के भाग गया। अपने साथ ठगी का एहसास होने के बाद किसान मामले सामने आए हैं। मंगलवार को सिवनी मालवा थाने और SDM ऑफिस पहुंचकर व्यापारी आदित्य राज कोबरा की शिकायत कर उपज के दाम दिलाने की मांग की। किसानों के
मुख्यमंत्री किसानों के मुताबिक व्यापारी नंदरवाड़ा में किराए से रहने लगा, ऑफिस खोला और कुछ किराए किसानों को लगभग 4 से 5 हज़ार रुपये देकर 5 दिन की उधारी में उपज खरीदी। 5 दिनों के अंदर आधा भुगतान करता रहा। इसके बाद 15 दिनों बाद पूरा भुगतान करने का आश्वासन देकर भाग गया। एसपी संतोष सिंह गौर ने बताया व्यापारी आदित्य राज कोबरा के खिलाफ FIR दर्ज की गई है। ये उन्होंने सारियां ये ना ने हुण इत्थे आपां ज़्यादा नहीं, मैं यही कहना चाहांगा कि अजे तक कानून लागू ही होया, लागू हुंदियां ही 12 ਦਿਨਾਂ ਦੇ ਵਿੱਚ 2 ਮਾਮਲੇ ਸਾਹਮਣੇ ਆਉਂਦੇ, ਪਹਿਲਾਂ 20 ਲੱਖ 12 ਦਿਨਾਂ ਚ 2 ਮਾਮਲੇ ਆ ਗਏ ਇੱਕੇ ਜ਼ਿਲ੍ਹੇ ਦੇ। ਔਰ ਉਸ ਸਮੇਂ 'ਚ ਇਹ ਮਾਮਲੇ ਸਾਹਮਣੇ ਆਇਆ ਜਦੋਂ ਕਿਸਾਨ ਜਥੇਬੰਦੀਆਂ ਪੂਰੇ ਭਾਰਤ ਦੇ ਕਿਸਾਨ ਸੰਗਠਨ ਜਿਹੜੇ ਨੇ ਉਹ ਇੱਥੇ ਦਿੱਲੀ ਦੇ 4 ਚੁਫੇਰੇ ਧਰਨਾ ਦੇ ਕੇ ਬੈਠੇ ਆ। ਔਰ ਸਮੁੱਚੀ ਜਿਹੜੀ ਲੋਕਾਈ ਆ ਭਾਰਤ ਦੇ ਸਮੁੱਚੇ ਕਿਸਾਨ, ਸਮੁੱਚੇ वर्ग, चाहे वो मजदूर है, व्यापारी है, आड़ती है, वो सारे बैठे ने ते ये ठगी बैठे बच गए जिन्होंने इस धरने का भी डर नहीं आया। ਸਭ ਤੋਂ ਵੱਡੀ ਗੱਲ ਇਹ ਆਪਾਂ ਇੱਥੇ ਕਰ ਦਿੰਦੇ ਆ ਕਿ ਜਿਹੜਾ ਨੈਸ਼ਨਲ ਮੀਡੀਆ ਉਹਨਾਂ ਪਹਿਲਾਂ ਹੀ ਖਰੀਦ ਚੁੱਕੇ ਜਾਂ ਉਹਨਾਂ ਦੇ ਗੋਦੀ ਦੇ ਵਿੱਚ ਬੈਠਿਆ ਹੋਇਆ ਉਹ ਗੱਲਾਂ ਨਹੀਂ ਵਿਖਾ ਰਿਹਾ। ਜਿਹੜੀ ਗੱਲ ਸਾਹਮਣੇ ਆਈ ਆ ਇਹ ਤੇ ਇੱਕ ਆਈ ਆ ਕਿਤੇ ਹਿੰਮਤ ਪੈ ਗਈ ਪੱਤਰਕਾਰ ਦੀ ਗੱਲ ਸਾਹਮਣੇ ਕਰਤੀ, ਹਜ਼ਾਰਾਂ ਠੱਗੀਆਂ ਹੋਣਗੀਆਂ ਜਿਹੜੀਆਂ ਦਬੀਆਂ ਕੁਚਲੀਆਂ ਰਹਿਣਗੀਆਂ। ਇਹ ਤਾਂ ਸ਼ੁਰੂ ਚ ਹੋ ਗਈ, ਇੱਥੇ ਬੈਠਿਆਂ ਤੋਂ ਹੋ ਗਈ, 2 ਇੱਕੇ ਜ਼ਿਲ੍ਹੇ ਚ ਹੋ ਗਈਆਂ। ਪੂਰਾ ਭਾਰਤ ਕਿੱਡਾ ਵੱਡਾ ਹੈ, ਇਹ ਕਿੰਨੀਆਂ ਠੱਗੀਆਂ ਹੋਣਗੀਆਂ। ਹੁਣ ਵੀ ਇਹ ਮੈਂ ਪੁੱਛਣਾ ਚਾਹੁੰਦਾ ਹੈ ਮੋਦੀ ਤੋਂ, ਇਹ ਜਿਹੜੇ ਖੇਤੀਬਾੜੀ ਮੰਤਰੀ ਹੈ ਇਹ ਨਰਿੰਦਰ ਸਿੰਘ ਤੋਮਰ ਜੀ, ਹੁਣ ਤਾਂ ਦੱਸੋ ਵੀ ਇਹਦਾ ਕੀ ਕਰੋਗੇ, ਇਹਦਾ ਜਵਾਬ ਕੀ ਦਿਓਗੇ, ਕੀ ਜਵਾਬ ਹੈ ਤੁਹਾਡੇ? ਪਰ ਇਹ ਵੇਖ ਲਓ ਜਿਹੜੇ ਇਹ ਵੱਡੇ ਵੱਡੇ ਇਸ਼ਤਿਹਾਰ ਕੱਢ ਲਏ ਤੁਸੀਂ, ਇਹ ਜਦੋਂ ਮੀਟਿੰਗ ਹੋਗੀ ਫਿਰ ਨਾਲ ਲੈ ਕੇ ਜਾਣੀ ਅੱਜ ਮੇਰੀ ਡਿਬੇਟ ਹੈ, ਉੱਥੇ ਮੈਂ ਇਹ ਨਾਲ ਲੈ ਕੇ ਜਾਵਾਂਗਾ। ਤੇ ਜਿਹੜੇ ਬੀਜੇਪੀ ਦੀ ਰਾਤੀ ਮੇਰੀ ਚੱਲ ਰਹੀ ਸੀ ਤੇ ਰਾਤੀ ਉਹਨਾਂ ਨੇ ਇਸ ਤਰ੍ਹਾਂ ਰੌਲਾ ਪਾਇਆ ਵੀ ਜਿਵੇਂ ਮੱਛੀ ਮੰਡੀ 'ਚ ਰੌਲਾ ਪੈਂਦਾ। ਫਿਰ ਜਿਹੜਾ ਐਂਕਰ ਸੀ ਉਹਨੇ ਕਿਹਾ ਵੀ ਸਰਸਾ ਜੀ ਮੈਂ ਤੁਹਾਨੂੰ ਕੱਲ ਨੂੰ ਫੇਰ ਲਵਾਂਗਾ। ਅੱਜ ਸ਼ਾਮ ਨੂੰ 7 ਤੋਂ 8 ਵਜੇ ਮੇਰੀ ਜਿਹੜੀ ਆ ਉਹ ਡਿਬੇਟ ਹੋ ਰਹੀ ਹੈ, ਆਫਿਸ ਉਹਨਾਂ ਦੇ ਸਟੂਡੀਓ 'ਚ ਹੋਣੀ ਹੈ ਦਿੱਲੀ 'ਚ। ਮੈਂ ਆਹ ਜਿਹੜੀਆਂ ਚੀਜ਼ਾਂ ਨੇ ਉੱਥੇ ਲੈ ਕੇ ਜਾਵਾਂਗਾ। ਇਸ ਦੇ ਨਾਲ ਹੀ ਆ ਤੁਸੀਂ ਇੱਕ ਚੀਜ਼ ਹੋਰ ਵੇਖੋਗੇ ਕਿ ਇਹ ਮਟਰ ਹੈ, ਇਹ ਵੀ ਜਿਹੜਾ ਹੈ फिर 6 रुपए किलो मटर बिकने के किसान घर ले गया तो वही माल दूसरे व्यापारी ने 20 रुपए से खरीदा। ਹੁਣ ਜਿਹੜਾ ਮੰਡੀ ਜਾ ਕੇ 6 ਰੁਪਏ ਸੀ ਤੇ ਭਰੇ ਜਾ ਕੇ 6 ਰੁਪਏ ਸੀ, ਕਿਉਂਕਿ ਇੱਕ ਸਾਰੀ ਇਹਨਾਂ ਦਾ ਇੱਕ ਜਿਹੜਾ ਇਹ ਪੂਲ ਹੈ ਨਾ, ਇਹ ਸਾਰੇ ਦੇ ਸਾਰੇ ਇੱਕ ਨੇ। ਉੱਥੇ ਕਿਸੇ ਨੇ ਖਰੀਦੇ ਨਹੀਂ, 6 ਰੁਪਏ ਤੋਂ ਵੱਧ ਨਹੀਂ ਖਰੀਦ ਰਹੇ। ਉਹ ਮੁੜ ਕੇ ਘਰ ਲੈ ਗਿਆ ਤੇ ਕੋਈ ਉਹਦਾ ਜਾਣਕਾਰ ਸੀ, ਦੱਸਿਆ ਉਹਨੇ ਵੀ ਉਹਦਾ ਜਾਣਕਾਰ ਸੀ ਕੋਈ, ਤੇ ਉਹਨੇ ਕਹਾ ਕਿਤੇ ਹੋਰ ਲੈ ਗਿਆ ਤੇ ਉਹੀ ਮਟਰ ਜਿਹੜਾ ਉਹ 20 ਰੁਪਏ ਕਿਲੋ ਗਿਆ। ਸੋ ਕਿਸ ਤਰ੍ਹਾਂ ਲੁੱਟ ਹੋਣੀ ਆ। ਇਹ ਜਿਹੜੀਆਂ ਆਲੂ, ਪਿਆਜ਼, ਮਟਰ ਜਦੋਂ ਇਹ ਵਪਾਰੀਆਂ ਦੇ ਕੋਲ ਚਲੇ ਗਿਆ ਤੇ ਫਿਰ ਉਹ ਆਪਣੀ ਮਰਜ਼ੀ ਨਾਲ ਰੇਟ ਲਾਉਣਗੇ ਕਿ ਨਹੀਂ ਲਾਉਣਗੇ। ਇਹ ਸਬੂਤ ਮੈਂ ਤੁਹਾਡੇ ਰਾਹੀਂ ਪੂਰੇ ਸੰਸਾਰ ਦੇ ਲੋਕਾਂ ਨੂੰ ਜਿਹੜਾ ਇਹ ਦੱਸਣ ਜਾ ਰਿਹਾ। ਤੇ ਮੋਦੀ ਤੇ ਇਹ ਅਮਿਤ ਸ਼ਾਹ ਤੇ ਇਹ ਜਿੰਨੇ ਵੀ ਬੀਜੇਪੀ ਦੇ ਪ੍ਰਵਕਤਾ ਨੇ ਇਹ ਇਸ ਗੱਲ ਦਾ ਹੁਣ ਜਵਾਬ ਦੇਣਗੇ। ਮੈਂ ਕੋਈ ਕੜੜੇ ਲਫ਼ਜ਼ਾਂ 'ਚ ਨਹੀਂ ਕਹਿਣਾ, ਸਿਰਫ ਸਵਾਲ ਉਹਨਾਂ ਨੂੰ ਬੜੀ ਗੰਭੀਰਤਾ ਨਾਲ, ਨਿਮਰਤਾ ਨਾਲ ਪੁੱਛਣਾ ਚਾਹੁੰਦਾ ਵੀ ਇਹਨਾਂ ਖਬਰਾਂ ਦਾ ਹੁਣ ਤੁਸੀਂ ਕੀ ਜਵਾਬ ਦਿਓ। ਬਸ ਹੁਣ ਕੀ ਲੱਗਦਾ ਕੀ ਹੈ ਦੇਖ ਕੇ? ਲੱਗਦਾ ਆ ਕਿ ਤੁਹਾਡੇ ਰਾਹੀਂ ਮੈਂ ਇੱਕ ਹੋਰ ਬੜੀ ਅਹਿਮ ਜਾਣਕਾਰੀ ਜਿਹੜੀ ਆ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੁੰਦਾ। ਇੱਕ ਤਾਂ ਤੁਸੀਂ ਇਹ ਦੇਖੋ ਕਿ ਜੌਨਸਨ ਕਿਸਾਨਾਂ ਦਾ ਮਾਮਲਾ ਮੋਦੀ ਕੋਲ ਉਠਾਉਣ। ਆਪ ਜੀ ਨੂੰ ਪਤਾ ਹੈ ਕਿ ਜੌਨਸਨ ਜੋ ਕਿ ਪ੍ਰਧਾਨ ਮੰਤਰੀ ਨੇ ਬ੍ਰਿਟਾਨੀਆ ਦੇ, ਉਹ 26 ਜਨਵਰੀ ਨੂੰ ਭਾਰਤ 'ਚ 26 ਜਨਵਰੀ ਵਾਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਆ ਰਹੇ ਨੇ। ਤੇ ਜਿਹੜੇ ਤਨਮਨਜੀਤ ਸਿੰਘ ਨੇ ਨਾਮਵਰ ਸ਼ਖਸੀਅਤ MP ਨੇ UK ਦੇ, ਉਹਨਾਂ ਨੇ ਪਹਿਲਾਂ ਵੀ 36 MPਆਂ ਦੇ ਦਸਤਖਤਾਂ ਹੇਠ
ਆਪਣੇ ਜਿਹੜਾ ਉਹਨਾਂ ਦਾ ਵਿਦੇਸ਼ ਮੰਤਰੀ ਸੀ ਉਹਨਾਂ ਨੂੰ ਇੱਕ ਪੱਤਰ ਦਿੱਤਾ। ਉਹ ਪੱਤਰ ਇਹ 'ਚ ਲਿਖਿਆ ਵਿਸਥਾਰ ਨਾਲ ਕਿ ਭਾਰਤ ਦੇ ਵਿਦੇਸ਼ ਮੰਤਰੀ ਤੱਕ ਵੀ ਆ ਗਿਆ। ਉਹਨਾਂ ਨੇ ਜ਼ਿਕਰ ਕੀਤਾ ਉਸ ਪੱਤਰ ਦੇ ਵਿੱਚ ਤੇ ਜਿਹੜੇ ਕਿਸਾਨ ਜਿਹੜੇ ਨੇ ਧਰਨੇ ਤੇ ਬੈਠੇ ਨੇ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਤੇ ਇਹ ਮੰਨੀਆਂ ਜਾਣ। ਹੁਣ ਉਹਨਾਂ ਨੇ ਇਹ ਜੌਨਸਨ ਨੂੰ ਜਿਹੜਾ ਹੈ ਉਹ ਪੱਤਰ ਲਿਖ ਕੇ ਤੇ ਉਹ ਕਹਿ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਤੁਸੀਂ 26 ਜਨਵਰੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਭਾਰਤ ਵਿੱਚ ਜਾ ਰਹੇ ਹੋ ਤੇ ਇਹ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਇਹ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਜਿਹੜਾ ਉਠਾਇਆ ਜਾਵੇ। ਸੋ ਮੈਂ ਤਨਮਨਜੀਤ ਸਿੰਘ ਜੀ MP UK ਅਤੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਿਮ ਨੇ, ਚਾਹੇ ਈਸਾਈ ਨੇ, ਸਿੱਖ ਤਾਂ ਕਰ ਹੀ ਰਹੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਉਹਨਾਂ ਨੂੰ ਨਮਸਕਾਰ ਕਰਦਾ, ਸਲੂਟ ਕਰਦਾ ਕਿ 7 ਸਮੁੰਦਰਾਂ ਤੋਂ ਪਾਰ ਬੈਠੇ ਹੋਏ ਵੀ ਉਹ ਸਾਡੀ ਦਰਦ ਨੂੰ ਆਪਣਾ ਦੁੱਖ ਮੰਨ ਰਹੇ ਨੇ। ਸੋ ਉਹਨਾਂ ਦਾ ਧੰਨਵਾਦ ਕਰਦਾ। ਜੀ ਬਿਲਕੁਲ, ਤਨਮਨਜੀਤ ਸਿੰਘ ਨੇ ਉਹਨਾਂ ਨੂੰ ਚਿੱਠੀ ਦੇ ਵਿੱਚ ਲਿਖਿਆ ਤੇ ਅਪੀਲ ਕੀਤੀ ਹੈ ਕਿ ਜਿਹੜਾ ਮੋਦੀ ਦੇ ਕੋਲ ਜਿਹੜਾ ਉਹਨਾਂ ਪਹੁੰਚਣਾ ਤੇ ਉਹਦੇ ਵਿੱਚ ਆ ਕੇ ਉਹ ਜਿਹੜੇ ਕਿਸਾਨ ਬੈਠੇ ਨੇ ਉਹ ਸ਼ਾਂਤੀਪੂਰਵਕ ਉਹਦੇ ਘਰਾਂ ਨੂੰ ਜਾਣ ਤੇ ਉਮੀਦ ਉਹਨਾਂ ਨੇ ਲਾਈ ਹੈ ਕਿ ਜੇ ਉਹ ਗੱਲ ਜ਼ਰੂਰ ਕਰਨਗੇ ਉਹਨਾਂ ਦੇ ਨਾਲ ਲਾ ਕੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਹੱਲ ਉਹ ਨਿਕਲ ਸਕਦਾ। ਦੇਖੋ, ਇਹਦੇ ਨਾਲ ਮੈਂ ਤੁਹਾਨੂੰ ਇੱਕ ਖਬਰ ਹੋਰ ਬੜੀ ਅਹਿਮ ਦੇਣੀ ਚਾਹੁੰਦਾ ਜਿਹਦੇ ਬਾਰੇ 2 ਤਰੀਕ ਤੋਂ ਲੈ ਕੇ ਲਗਾਤਾਰ, ਵੈਸੇ ਮੈਂ ਜਦੋਂ ਇਹ ਐਜੀਟੇਸ਼ਨ ਸ਼ੁਰੂ ਹੋਇਆ, ਸਾਡੀਆਂ ਮੀਟਿੰਗਾਂ ਸ਼ੁਰੂ ਹੋਈਆਂ ਸੀ ਨਾ, ਤੇ ਮੈਂ ਉਦੋਂ ਤੋਂ ਹੀ ਇਹ ਕਹਿਣਾ ਜਿਹੜਾ ਸੀ ਨਾ ਉਹ ਸ਼ੁਰੂ ਕਰਤਾ ਸੀ ਕਿ ਇਸ ਮੋਰਚੇ ਨੂੰ ਹਿੰਸਕ ਬਣਾਉਣਾ। ਜਿਵੇਂ ਕਿ ਭਾਰਤ ਆਜ਼ਾਦ ਪਾਕਿਸਤਾਨ ਬਣ ਗਿਆ, ਦੇਸ਼ ਦਾ ਬਟਵਾਰਾ ਹੋ ਗਿਆ ਭਾਰਤ ਦਾ, ਸੂਬੇ ਵੱਖ-ਵੱਖ ਸੂਬੇ ਬਣ ਗਏ, ਹਰ ਸੂਬੇ ਨੇ ਆਪਣੀ ਸਮੱਸਿਆ ਦੇ ਸੰਬੰਧ ਵਿੱਚ ਐਜੀਟੇਸ਼ਨ ਕੀਤੇ। ਪੰਜਾਬ ਨੇ ਵੀ ਕਦੀ ਪੰਜਾਬੀ ਸੂਬੇ ਦਾ ਮੋਰਚਾ, ਕਦੀ ਪਾਣੀਆਂ ਦਾ, ਕਦੀ ਆਨੰਦਪੁਰ ਪ੍ਰਸਤਾਵ ਦਾ ਉਹਨਾਂ ਨੇ ਮੋਰਚੇ ਲਾਏ। ਲੇਕਿਨ ਜਿਹੜੇ ਮੋਰਚੇ ਬੈਠ ਕੇ ਗੱਲਬਾਤ ਰਾਹੀਂ ਹੱਲ ਹੋ ਸਕਦੇ ਸੀ, ਉਹਨਾਂ ਮੋਰਚਿਆਂ ਨੂੰ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੂੰ ਹਰ ਮੋਰਚੇ ਨੂੰ ਹਿੰਸਕ ਰੂਪ ਦਿੱਤਾ। ਤੇ ਇਹ ਜਿਹੜਾ ਮੇਰਾ ਖਦਸ਼ਾ ਸੀ, ਜਿਹੜਾ ਮੈਂ ਹਰ ਮੀਟਿੰਗ 'ਚ ਕਰਦਾ ਰਿਹਾ, ਉਹ ਉਸ ਟਾਈਮ ਦੇ ਉੱਤੇ ਉਹ ਸਹੀ ਸਾਬਤ ਹੋਇਆ ਜਦੋਂ ਇੱਥੇ ਅਸੀਂ ਕੁੰਡਲੀ ਬਾਰਡਰ ਤੇ, ਇਹ ਸਿੰਘੂ ਬਾਰਡਰ ਦੇ ਉੱਤੇ ਧਰਨਾ ਦੇ ਕੇ ਬੈਠ ਗਏ। 2 ਤਰੀਕ ਦੀ ਰਾਤ ਨੂੰ ਮੁੰਡੇ ਅਤੇ ਕੁੜੀਆਂ ਇੱਥੇ ਭੇਜੇ ਗਏ। ਕੁੜੀਆਂ ਮੈਂ ਪੁਲਿਸ ਨੂੰ ਹਿਰਾਸਤ ਵਿੱਚ ਨਹੀਂ ਸੀ ਫੜ ਰਹੀਆਂ ਤੇ ਮੁੰਡੇ ਫੜਾਤੇ ਸੀ, ਲੇਕਿਨ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਤੋਂ ਬਾਅਦ ਵੀ ਕਈ ਕੇਸ ਫੜਾਏ। ਪਰ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਲੜਕੀ ਜਿਹਨੂੰ ਅਸੀਂ ਰਾਤੀ ਪੁਲਿਸ ਦੇ ਜਿਹੜਾ ਸੀ ਉਹ ਉਹਨਾਂ ਦੀ ਕਸਟਡੀ 'ਚ ਦਵਾਇਆ ਕਿ ਇਹ ਲੜਕੀ ਜਿਹੜੀ ਆ ਉਹ ਗਲਤ ਤਰੀਕੇ ਨਾਲ ਫਿਰ ਰਹੀ ਆ, ਕੱਲੀ ਘੁੰਮ ਰਹੀ ਆ, ਜਦੋਂ ਕਿ ਉਹਦੇ ਨਾਲ ਨਾ ਤਾਂ ਉਹਦਾ ਪਤੀ ਆ, ਨਾ ਉਹਦਾ ਕੋਈ ਭਰਾ, ਨਾ ਚਾਚਾ, ਨਾ ਤਾਇਆ, ਨਾ ਮਾਂ, ਮਾਮੀ, ਫੁੱਫੀ, ਕੋਈ। ਇੱਕ ਦਿਨ ਤਾਂ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਜੀ ਖਡੂਰ ਨੇ, ਜੋ ਕਿ ਇੱਥੇ ਮੈਡੀਕਲ ਕੈਂਪ ਲਾ ਕੇ ਬੈਠੇ ਨੇ, ਉਹਨਾਂ ਦੀ ਸਾਰੀ ਟੀਮ ਨੇ ਇੱਕ ਰਾਤ ਰੱਖਿਆ ਤੇ ਮੈਨੂੰ ਉਹਨਾਂ ਨੇ ਦੱਸਿਆ, ਬਾਬਾ ਹਰਦੀਪ ਸਿੰਘ ਜੀ ਮਹਾਰਾਜ ਉਹਨਾਂ ਸਾਰਿਆਂ ਨੇ ਉਹਨੂੰ, ਲੜਕੀ ਨੂੰ ਪਹਿਰਾ ਦੇ ਕੇ ਰੱਖਿਆ ਵੀ ਕਿਤੇ ਕੋਈ ਗਲਤ ਕਾਰਵਾਈ ਨਾ ਹੋ ਜਾਏ। ਅਗਲੇ ਦਿਨ ਫਿਰ ਉਹ ਹਰਕਤਾਂ ਤੋਂ ਨਾ ਹਟੀ ਤੇ ਉਹਨੂੰ ਕਿਹਾ ਵੀ ਤੂੰ ਆਪਣੇ ਘਰ ਚਲੀ ਜਾ, ਤੇਰੇ ਨਾਲ ਕੋਈ ਨਹੀਂ। ਉਹ ਨਹੀਂ ਗਈ। ਕੱਲ ਰਾਤ ਫਿਰ ਉਹਨੂੰ ਲਿਆਂਦਾ ਤੇ ਪੁਲਿਸ ਨੂੰ ਜਿਹੜਾ ਸੀ ਪੁਲਿਸ ਦੇ ਹੈਂਡਓਵਰ ਕਰਤਾ ਕਿ ਇਹ ਲੜਕੀ ਹੈ ਤੇ ਇਹਨੂੰ ਤੁਸੀਂ ਕਿਤੇ ਕੋਈ ਗਲਤ ਕਾਰਵਾਈ ਨਾ ਹੋ ਜਾਏ, ਇਹਨੂੰ ਤੁਸੀਂ ਸੰਭਾਲੋ। ਪੁਲਿਸ ਨੇ ਕੱਲ SDM ਤੇ ਪੇਸ਼ ਕੀਤਾ। SDM ਨੇ ਉਹਨਾਂ ਨੂੰ ਬਾਉਂਡ ਕਰਕੇ ਤੇ ਛੱਡਤਾ, ਜਦੋਂ ਕਿ ਫਰਜ਼ ਨਹੀਂ ਸੀ ਬਣਦਾ। ਜਾਂ ਤਾਂ ਉਹਨੂੰ ਕਿਸੇ ਉਹਦੇ ਵਾਰਸ ਦੇ ਸਪੁਰਦ ਕਰਦੇ, ਉਹਨੂੰ ਕੱਲੀ ਨੂੰ ਛੱਡਤਾ। ਉਹ ਲੜਕੀ ਫਿਰ ਜਿਹੜੀ ਆ ਰਾਤੀ ਫਿਰ ਇਸੇ ਸਾਡੇ ਇਸ ਐਜੀਟੇਸ਼ਨ ਵਾਲੀ ਜਗ੍ਹਾ ਤੇ ਟਰਾਲੀਆਂ ਦੇ ਵਿੱਚ ਫਿਰ ਉਹ ਘੁੰਮਣ ਲੱਗੀ। ਅਸੀਂ ਫਿਰ ਉਸ ਲੜਕੀ ਨੂੰ, ਮੈਨੂੰ ਫੋਨ ਆ ਗਿਆ ਵੀ ਲੜਕੀ ਫਿਰ ਹੈ, ਉਹ ਲੜਕੀ ਨੂੰ ਰਾਤੀ ਫਿਰ ਪੁਲਿਸ ਦੇ ਹਵਾਲੇ ਕੀਤਾ। ਸੋ ਇਸ ਤਰ੍ਹਾਂ ਦੇ ਜਿਹੜੇ ਲੜਕੇ ਤੇ ਲੜਕੀਆਂ ਜਿਹੜੇ ਆ ਰਹੇ ਨੇ, ਉਹਨਾਂ ਦੇ ਪੁਲਿਸ ਨੂੰ ਅਸੀਂ ਫੜਾਉਣੇ ਆ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਕਿਉਂ ਨਹੀਂ ਕਰਦੀ? ਇਹ ਬੜੀ ਸਾਫ਼ ਗੱਲ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਸਾਰੇ ਇਸ ਸੰਘਰਸ਼ ਨੂੰ ਜਿਹੜਾ ਸ਼ਾਂਤਮਈ ਸ਼ੁਰੂ ਕੀਤਾ ਸੀ, ਸ਼ਾਂਤਮਈ ਚੱਲਿਆ, ਅੱਜ ਵੀ ਸ਼ਾਂਤਮਈ, ਅੱਗੇ ਵੀ ਰਹੇਗਾ, ਪਰ ਉਹਨੂੰ ਕਿਸੇ ਵੀ ਤਰੀਕੇ ਨਾਲ ਇਹ ਜਿਹੜਾ ਪੂਰੀ ਵਾਹ ਲਾਉਣਗੇ, ਉਹ ਪੂਰੀ ਵਾਹ ਲਾਉਣਗੇ। ਸੋ ਮੈਂ ਕੰਟਰੋਲ ਕਿਵੇਂ ਕੀਤਾ ਜਾ ਸਕਦਾ? ਕੰਟਰੋਲ ਇੱਕ ਤਾਂ ਪ੍ਰਸ਼ਾਸਨ, ਖਾਸ ਕਰਕੇ ਪੁਲਿਸ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ
ਉਹ ਨਿਭਾਵੇ। ਦੂਸਰਾ, ਸਰਕਾਰ ਇਹ ਜਿਹੜੀਆਂ ਸਾਡੀ ਹੱਕੀਆਂ ਮੰਗਾਂ ਨੇ, ਆ ਜਦੋਂ ਅਸੀਂ ਇੰਨੇ ਸਬੂਤ ਇਹਨਾਂ ਦੇ ਪੇਸ਼ ਕਰਤੇ ਨੇ ਤੇ ਇਹਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ ਤੇ ਮੰਨ ਕੇ ਚੱਲ ਜਾਣ ਤੇ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ, ਤਾਂ ਇਹ ਹੋ ਸਕਦਾ। ਉਮੀਦ ਹੈ ਪੂਰੀ ਮੰਨਣਗੇ। ਦੇਖੋ, ਮੰਨਣਾ ਨਾ ਮੰਨਣਾ ਇਹ ਸਰਕਾਰ ਦਾ ਕੰਮ ਹੈ। ਅਸੀਂ ਆਪਣਾ ਕੇਸ ਜਿਹੜਾ ਉਹ ਤਨਦੇਹੀ ਨਾਲ ਔਰ ਜੋ ਸਮੱਸਿਆ ਆ ਰਹੀਆਂ ਨੇ, ਜਿਹੜੀਆਂ ਸਰਕਾਰ ਦੀਆਂ ਕਰਤੂਤਾਂ ਨੇ, ਉਹ ਤੁਹਾਡੇ ਸਾਹਮਣੇ ਦੱਸ ਰਹੇ। ਚੀਜ਼ਾਂ ਨਾ ਮੰਨ ਸਕਦੇ, ਉਮੀਦ ਵੀ ਕਰਨੀ ਚਾਹੀਦੀ ਹੈ। ਇੱਕ ਪਾਸੇ ਕਿਸਾਨਾਂ ਦਾ ਪ੍ਰੈਸ਼ਰ ਹੈ, ਇੱਕ ਪਾਸੇ ਉਤਲੇ ਪਾਸੇ ਦੂਸਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ, ਯੂਕੇ ਹੋਏ, ਬਰਤਾਨੀਆ, ਹੁਣ ਕਿਤੋਂ ਨਾ ਕਿਤੋਂ ਪ੍ਰੈਸ਼ਰ ਤੁਹਾਡੇ ਸਾਹਮਣੇ ਦੇਖੋ, ਜਿਹੜੇ ਯੂਕੇ ਦੇ MP ਨੇ, ਆਮ ਪਰ ਦੇਸ਼ਾਂ ਦੇ ਵਿੱਚ ਉੱਥੇ ਰਹਿ ਰਹੇ ਨੇ, ਕੈਨੇਡਾ ਹੈ, ਜਰਮਨੀ ਹੈ, ਹਰ ਚੀਜ਼ ਹਰ ਥਾਂ ਦੇ ਤੋਂ ਜਿਹੜਾ ਪ੍ਰੈਸ਼ਰ ਪੈ ਰਿਹਾ ਔਰ ਦੇਸ਼ ਦਾ ਹਰ ਵਰਗ ਜਿਹੜਾ ਉਹ ਇਸ ਗੱਲ ਦੇ ਵਿੱਚ ਆ ਰਿਹਾ। ਪਰ ਦੂਸਰੇ ਪਾਸੇ ਜਿਹੜਾ ਮੋਦੀ ਹੈ, ਉਹ ਤੁਸੀਂ ਵੇਖੋ ਵੀ ਉਹ ਕੀ ਕਰ ਰਿਹਾ, ਉਹ ਤੁਹਾਡੇ ਸਾਹਮਣੇ। ਜੀ ਬਿਲਕੁਲ, ਇਹ ਸਨ ਬਲਦੇਵ ਸਿੰਘ ਸਿਰਸਾ ਜੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਇੱਥੇ ਜਿਹੜਾ ਕੁਝ ਹੋ ਰਿਹਾ ਹੈ ਉਹ ਸਹੀ ਚੱਲ ਰਿਹਾ, ਪਰ ਇਹਨੂੰ ਹਿੰਸਕ ਬਣਾਉਣ ਲਈ ਸਰਕਾਰ ਪੂਰੀ ਵਾਹ ਲਾ ਰਹੀ ਹੈ। ਕੋਈ ਨਾ ਕੋਈ ਸ਼ਰਾਰਤੀ ਲੋਕ ਇਹਦੇ ਵਿੱਚ ਵਾੜੇ ਜਾ ਰਹੇ ਨੇ, ਜਿਵੇਂ ਕਿ ਪਿਛਲੇ ਦਿਨ ਹੀ ਦੋ ਖਬਰਾਂ ਜਿਹੜੀਆਂ ਸਾਹਮਣੇ ਲੈਂਦੀਆਂ ਸੀ, ਇੱਕ 20 ਲੱਖ ਦੀ ਠੱਗੀ ਤੇ ਇੱਕ 70 ਲੱਖ ਦੀ ਜਿਹੜੀ ਉਹ ਠੱਗੀ, ਜਿਹੜੀ ਉਹ ਮਾਰਨ ਦਾ ਉਹ ਮਾਮਲਾ ਜਿਹੜਾ ਸਾਹਮਣੇ ਆਇਆ, ਉਹ ਕਿਸਾਨਾਂ ਨਾਲ ਕਿਸ ਤਰੀਕੇ ਨਾਲ ਮਾਰੀ ਗਈ ਹੈ ਵਪਾਰੀਆਂ ਦੇ ਵੱਲੋਂ। ਇਹ ਵਪਾਰੀਆਂ ਦੇ ਹਿੱਸੇ ਜਿਹੜਾ ਹੋਣੇ ਪੰਜਾਬ ਤੇ ਹਰਿਆਣਾ ਤੇ ਹੋਰਲੇ ਸੂਬਿਆਂ ਨੂੰ ਵੀ ਦੇਣਾ ਚਾਹੁੰਦੇ ਸੀਗੇ, ਪਰ ਇਦਾਂ ਕਿਸਾਨ ਨਹੀਂ ਹੋਣ ਦੇਣਗੇ। ਉਹ ਧਰਨਿਆਂ ਤੇ ਇਸੇ ਕਰਕੇ ਹੀ ਬੈਠੇ ਹੋਏ ਨੇ, ਸ਼ਾਂਤਮਈ ਵੀ ਚੱਲ ਰਹੇ ਨੇ। ਸਰਕਾਰ ਦੇ ਅੱਗੇ ਅਪੀਲ ਵੀ ਉਹਨਾਂ ਦੀ ਤੇ ਉਮੀਦ ਵੀ ਲਾਈ ਬੈਠੇ ਨੇ, ਕਿਤੇ ਨਾ ਕਿਤੇ ਸਰਕਾਰ ਝੁਕਣ ਦੀ ਜਿਹੜੀ ਉਹਨਾਂ ਅੱਗੇ ਉਮੀਦ ਹੈ।